Hello dear students, welcome to my channel Education Simplified by OCDC. This is Vinod Kumar Garg. ਅਗਰ ਤੁਸੀਂ ਨਰਸਿੰਗ ਮੈਡੀਕਲ ਜਾਂ ਪੈਰਾਮੈਡੀਕਲ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ। ਇਸ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਾਮਨ ਹਸਪੀਟਲ ਐਕਵਾਇਰਡ ਇਨਫੈਕਸ਼ਨਸ ਟੌਪਿਕ ਦੇ ਬਾਰੇ। ਹਸਪੀਟਲ ਇਨਫੈਕਸ਼ਨ ਕਿਸ ਨੂੰ ਹੋ ਸਕਦੀ ਹੈ? ਇੱਕ ਤਾਂ ਜਿਹੜੇ ਪੇਸ਼ੈਂਟ ਕਿਸੇ ਵੀ ਬਿਮਾਰੀ ਦੇ ਇਲਾਜ ਦੇ ਲਈ ਹਸਪੀਟਲ 'ਚ ਐਡਮਿਟ ਹੁੰਦੇ ਨੇ ਉਹਨਾਂ ਨੂੰ ਵੀ ਹਸਪੀਟਲ ਵਿੱਚ ਕੋਈ ਨਵੀਂ ਇਨਫੈਕਸ਼ਨ ਹੋ ਸਕਦੀ ਹੈ, ਜਾਂ ਕਿਸੇ ਪੇਸ਼ੈਂਟ ਦਾ ਪਤਾ ਲੈਣ ਆਪਾਂ ਜਾਂਦੇ ਹਾਂ ਤਾਂ ਕਿਸੇ ਵੀ ਸਿਹਤਯਾਬ ਵਿਅਕਤੀ ਨੂੰ ਵੀ ਹਸਪੀਟਲ ਦੇ ਵਿੱਚੋਂ ਇਨਫੈਕਸ਼ਨ ਹੋ ਸਕਦੀ ਹੈ। ਇਸੇ ਤਰ੍ਹਾਂ ਹਸਪੀਟਲ ਦੇ ਵਿੱਚ ਕੋਈ ਵੀ ਕੰਮ ਕਰਨ ਵਾਲੇ ਕਰਮਚਾਰੀ ਨੂੰ ਵੀ ਹਸਪੀਟਲ 'ਚੋਂ ਇਨਫੈਕਸ਼ਨ ਹੋ ਸਕਦੀ ਹੈ। ਤਾਂ ਇਸ ਤਰ੍ਹਾਂ ਦੀ ਇਨਫੈਕਸ਼ਨ ਨੂੰ ਹਸਪੀਟਲ ਐਕਵਾਇਰਡ ਇਨਫੈਕਸ਼ਨ ਕਿਹਾ ਜਾਂਦਾ ਹੈ। ਗੱਲ ਕਰਦੇ ਹਾਂ ਪੂਰੀ ਡਿਟੇਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਕਿ ਹਸਪੀਟਲ ਐਕਵਾਇਰਡ ਇਨਫੈਕਸ਼ਨ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ, ਕੀ ਇਸ ਦੇ ਕਾਰਨ ਹੁੰਦੇ ਹਨ ਤੇ ਹੋਰ ਵੀ ਬੜਾ ਕੁਝ ਜੋ ਇਸ ਦੇ ਬਾਰੇ ਡਿਸਕਸ ਕੀਤਾ ਜਾ ਸਕਦਾ ਹੈ ਉਹ ਇਸ ਵੀਡੀਓ ਵਿੱਚ ਤੁਹਾਨੂੰ ਮਿਲੇਗਾ। ਹਸਪੀਟਲ ਦੇ ਵਿੱਚ ਜੋ ਇਨਫੈਕਸ਼ਨਸ ਹੁੰਦੀਆਂ ਨੇ, ਸਭ ਤੋਂ ਪਹਿਲੇ ਨੰਬਰ 'ਤੇ ਆਉਂਦੀ ਹੈ ਵੂੰਡ ਇਨਫੈਕਸ਼ਨ। ਮੋਸਟ ਵੂੰਡ ਇਨਫੈਕਸ਼ਨ ਮੈਨੀਫੈਸਟ ਵਿਦਿਨ ਅ ਵੀਕ ਆਫ ਸਰਜਰੀ। ਕਿਸੇ ਵੀ ਤਰ੍ਹਾਂ ਦੇ ਆਪਰੇਸ਼ਨ ਤੋਂ ਬਾਅਦ ਇੱਕ ਹਫ਼ਤੇ ਅੰਦਰ ਅੰਦਰ ਇਹਨਾਂ ਇਨਫੈਕਸ਼ਨ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ ਵੂੰਡ ਇਨਫੈਕਸ਼ਨਸ ਦੀ। ਐਗਜ਼ਾਮਪਲ ਹੈ ਸਟੈਫਾਈਲੋਕੋਕਸ ਐਪੀਡਰਮਿਡਿਸ, ਦੂਜੀ ਐਗਜ਼ਾਮਪਲ ਹੈ ਸਟ੍ਰੈਪਟੋਕੋਕਸ ਪਾਇਰੋਜਨਸ, ਤੀਜੀ ਐਗਜ਼ਾਮਪਲ ਹੈ ਕਲੋਸਟ੍ਰੇਡੀਅਲ ਇਨਫੈਕਸ਼ਨ। ਤਾਂ ਇਹ ਬਹੁਤ ਸਾਰੇ ਡਿਫਰੈਂਟ ਬੈਕਟੀਰੀਆ ਦੇ ਨਾਮ ਨੇ ਜਿਨ੍ਹਾਂ ਤੋਂ ਵੂੰਡ ਇਨਫੈਕਸ਼ਨ ਹੁੰਦੀ ਹੈ। ਠੀਕ ਹੈ ਜੀ। ਦੀਜ਼ ਅਪੀਅਰ ਵਿਦਿਨ ਅ ਡੇ ਔਰ ਟੂ, ਇਹ 1 ਜਾਂ 2 ਦਿਨ ਦੇ ਵਿੱਚ ਵੀ ਹੋ ਜਾਂਦੇ ਨੇ ਆਪਰੇਸ਼ਨ ਤੋਂ ਬਾਅਦ। ਬਟ ਸਟੈਫਾਈਲੋਕੋਕਲ ਇਨਫੈਕਸ਼ਨ ਅਕਰ ਵਿਦਿਨ 5 days। ਗ੍ਰਾਮ ਨੈਗੇਟਿਵ ਬੈਸਿਲਰੀ ਇਨਫੈਕਸ਼ਨ ਅਪੀਅਰ ਇਨ 6th ਔਰ 7th ਡੇ। ਗ੍ਰਾਮ ਨੈਗੇਟਿਵ ਜਾਂ ਗ੍ਰਾਮ ਪੋਜ਼ੀਟਿਵ ਬੈਕਟੀਰੀਆ 2 ਸਟ੍ਰੇਨਸ ਹੁੰਦੀਆਂ ਨੇ। ਠੀਕ ਹੈ। ਗ੍ਰਾਮ ਸਟੇਨਿੰਗ ਹੁੰਦੀ ਹੈ, ਇੱਕ ਸਟੇਨਿੰਗ ਦੇ ਬਿਹਾਫ ਦੇ ਉੱਪਰ ਜੋ ਬੈਕਟੀਰੀਆ ਸਟੇਨ ਲੈਂਦੇ ਨੇ ਉਹ ਗ੍ਰਾਮ ਪੋਜ਼ੀਟਿਵ ਹੁੰਦੇ ਨੇ, ਜੋ ਸਟੇਨ ਨੂੰ ਅਟੇਨ ਨਹੀਂ ਕਰਦੇ ਉਸ ਨੂੰ ਗ੍ਰਾਮ ਨੈਗੇਟਿਵ ਕਿਹਾ ਜਾਂਦਾ ਹੈ। ਫਿਰ ਆਉਂਦਾ ਨਾਨ ਸਰਜੀਕਲ ਸਾਈਟਸ ਆਫ ਵੂੰਡ ਇਨਫੈਕਸ਼ਨ ਇਨਕਲੂਡ ਇਨਫੈਕਸੀਅਸ ਕੱਟ ਡਾਊਨਸ ਫॉर ਇੰਟਰਾਵੀਨਸ ਕੈਨੂਲੇ ਐਟਸੈਟਰਾ। IV ਕੈਨੂਲਾ ਲਗਾਉਣ ਦੇ ਲਈ ਜਿੱਥੇ ਕੱਟ ਵਗੈਰਾ ਲੱਗਦਾ ਹੈ ਤਾਂ ਉੱਥੇ ਵੀ ਨੋਨ ਸਰਜੀਕਲ ਸਾਈਟ ਨੂੰ ਆਪਾਂ ਕਹਿ ਸਕਦੇ ਹਾਂ ਕਿ ਉੱਥੇ ਵੀ ਇਨਫੈਕਸ਼ਨ ਦੇ ਚਾਂਸਸ ਬਹੁਤ ਜ਼ਿਆਦਾ ਹੁੰਦੇ ਹਨ। ਇਸ ਤਰ੍ਹਾਂ ਅੰਬਲੀਕਲ ਸਟੰਪਸ ਜਿੱਥੇ ਧੁੰਨੀ ਹੁੰਦੀ ਹੈ ਉਸ ਨੂੰ ਅੰਬਲੀਕਲ ਸਟੰਪਸ ਕਿਹਾ ਜਾਂਦਾ ਹੈ। ਠੀਕ ਹੈ। ਅਲਸਰਸ ਕੋਈ ਅੰਦਰੂਨੀ ਜ਼ਖਮ ਹੁੰਦਾ ਹੈ, ਜਾਂ ਫਿਰ ਬਰਨ ਜਲੇ ਦਾ ਨਿਸ਼ਾਨ। ਠੀਕ ਹੈ, ਜਲੇ ਦਾ ਮੱਚੇ ਦਾ ਨਿਸ਼ਾਨ। ਸੂਡੋਮੋਨਾਸ ਔਰੀਜਿਨੋਜ਼ਾ ਮੋਸਟ ਕਾਮਨ ਕਾਜ਼ ਆਫ ਇਨਫੈਕਸ਼ਨ ਬਰਨਸ। ਜਿੱਥੇ ਜਲੇ ਦਾ ਨਿਸ਼ਾਨ ਹੁੰਦਾ ਹੈ ਉੱਥੇ ਸੂਡੋਮੋਨਾਸ ਔਰੀਜਿਨੋਜ਼ਾ ਜੋ ਬੈਕਟੀਰੀਆ ਹੁੰਦਾ ਉਸ ਦੀ ਇਨਫੈਕਸ਼ਨ ਦੇ ਚਾਂਸ ਬਹੁਤ ਜ਼ਿਆਦਾ ਹੁੰਦੇ ਹਨ। ਇਸ ਤੋਂ ਇਲਾਵਾ ਆਉਂਦਾ ਯੂਰੀਨਰੀ ਟਰੈਕਟ ਇਨਫੈਕਸ਼ਨ। ਪਿਸ਼ਾਬ ਜੋ ਨਾਲੀ ਹੁੰਦੀ ਹੈ ਜਿੱਥੋਂ ਯੂਰਿਨ ਬਾਹਰ ਆਉਂਦਾ ਹੈ ਤਾਂ ਉਸ ਟਰੈਕਟ ਦੀ ਇਨਫੈਕਸ਼ਨ ਨੂੰ, ਸੰਕਰਮਣ ਨੂੰ ਯੂਰੀਨਰੀ ਟਰੈਕਟ ਇਨਫੈਕਸ਼ਨ ਕਿਹਾ ਜਾਂਦਾ UTI। ਠੀਕ ਹੈ ਜੀ। ਈਵਨ ਵਿਦ ਐਡੀਕੁਏਟ ਪ੍ਰੀਕੋਸ਼ਨ, ਮਤਲਬ ਬਹੁਤ ਸਾਵਧਾਨੀ ਵਰਤਣ ਤੋਂ ਬਾਅਦ ਵੀ ਕੈਥਰਾਈਜੇਸ਼ਨ ਇਨ ਹਸਪੀਟਲ ਲੀਡ ਟੂ ਯੂਰੀਨਰੀ ਇਨਫੈਕਸ਼ਨ। ਜਿਹੜੇ ਲੋਕ ਆਪਣੇ ਆਪ, ਜਿਹੜੇ ਵਿਅਕਤੀ ਬਾਥਰੂਮ ਨਹੀਂ ਜਾ ਸਕਦੇ, ਠੀਕ ਹੈ, ਤਾਂ ਉਹਨਾਂ 'ਤੇ ਕੈਥੇਟਰ ਲਗਾਇਆ ਜਾਂਦਾ ਹੈ ਤਾਂ ਕਿ ਉਹਨਾਂ ਨੂੰ ਯੂਰਿਨ ਜਿਹੜਾ ਹੈਗਾ ਉਹ ਆਉਂਦਾ ਰਹੇ। ਉਹ ਕੈਥੇਟਰ ਦੇ ਨਾਲ ਵੀ ਜਿਹੜੀ ਇਨਫੈਕਸ਼ਨ ਹੈ ਉਹ ਬਹੁਤ ਜ਼ਿਆਦਾ ਸੰਭਾਵਨਾ ਹੁੰਦੀ ਹੈ ਕਿ ਉਸ ਨਾਲ ਇਨਫੈਕਸ਼ਨ ਵਿਅਕਤੀ ਵਿੱਚ ਫੈਲ ਜਾਂਦੀ ਹੈ। ਜ਼ਿਆਦਾਤਰ ਜਿਹੜੀ ਯੂਰੀਨਰੀ ਟਰੈਕਟ ਇਨਫੈਕਸ਼ਨਸ ਨੇ ਉਹ ਹੁੰਦੀਆਂ ਨੇ ਇਸ਼ਰੀਚੀਆ ਕੋਲਾਈ ਬੈਕਟੀਰੀਆ ਦੇ ਨਾਲ, ਪ੍ਰੋਟੀਅਸ ਬੈਕਟੀਰੀਆ ਦੇ ਨਾਲ, ਜਾਂ ਫਿਰ ਗ੍ਰਾਮ ਨੈਗੇਟਿਵ ਬੈਸੀਲਸ ਬੈਕਟੀਰੀਆ ਦੇ ਨਾਲ। ਇਹ ਕਾਮਨ ਏਜੈਂਟਸ ਨੇ ਜਿਨ੍ਹਾਂ ਨਾਲ ਹਸਪੀਟਲ ਦੇ ਵਿੱਚ ਪੇਸ਼ੈਂਟ ਨੂੰ UTI ਯੂਰੀਨਰੀ ਟਰੈਕਟ ਇਨਫੈਕਸ਼ਨ ਹੁੰਦੀਆਂ ਨੇ। ਨੈਕਸਟ ਆਪਣਾ ਆਉਂਦਾ ਹੈ ਰੈਸਪੀਰੇਟਰੀ ਇਨਫੈਕਸ਼ਨ। ਤਾਂ ਸਾਹ ਨਾਲੀ ਦੇ ਨਾਲ ਸੰਬੰਧਿਤ ਜਿਹੜੀ ਇਨਫੈਕਸ਼ਨ ਹੁੰਦੀ ਉਹਨੂੰ ਰੈਸਪੀਰੇਟਰੀ ਇਨਫੈਕਸ਼ਨ ਕਿਹਾ ਜਾਂਦਾ ਹੈ। ਇਹ ਸਭ ਤੋਂ ਪਹਿਲਾਂ ਆਉਂਦਾ ਹੈ ਐਸਪਾਇਰੇਸ਼ਨ ਇਨ ਅਨਕੌਂਸ਼ੀਅਸ ਪੇਸ਼ੈਂਟ। ਜਿਹੜੇ ਪੇਸ਼ੈਂਟ ਬੇਹੋਸ਼ ਹੁੰਦੇ ਹਨ ਤਾਂ ਬੇਹੋਸ਼ ਹਾਲਾਤ ਦੇ ਵਿੱਚ ਵਿਅਕਤੀ ਦੇ ਜਿਹੜੀ ਸਾਹ ਪ੍ਰਣਾਲੀ ਹੁੰਦੀ ਹੈ ਉਸ ਦੇ ਅੰਦਰ ਥੁੱਕ ਜਾਂ ਸਲਾਈਵਾ ਵਗੈਰਾ ਚਲਾ ਜਾਂਦਾ ਤਾਂ ਉਸਨੂੰ ਐਸਪਾਇਰੇਸ਼ਨ ਕਿਹਾ ਜਾਂਦਾ ਹੈ। ਠੀਕ ਹੈ ਜੀ। ਐਂਡ ਪਲਮੋਨਰੀ ਵੈਂਟੀਲੇਸ਼ਨ ਔਰ ਇੰਸਟਰੂਮੈਂਟੇਸ਼ਨ ਮੇ ਲੀਡ ਟੂ ਨੋਜ਼ੋਕੋਮੀਅਲ ਨਿਮੋਨੀਆ। ਜਿਹੜੀ ਵੀ ਇਨਫੈਕਸ਼ਨ ਹਸਪੀਟਲ 'ਚ ਹੁੰਦੀ ਹੈ ਉਸਨੂੰ ਨੋਜ਼ੋਕੋਮੀਅਲ ਕਿਹਾ ਜਾਂਦਾ ਹੈ। ਅਗਰ ਕਿਸੇ ਪੇਸ਼ੈਂਟ ਦੇ ਅੰਦਰ ਕੋਈ ਇਨਵੇਡ ਕੀਤਾ ਜਾਂਦਾ ਇੰਸਟਰੂਮੈਂਟ ਤਾਂ ਉਸ ਦੇ ਨਾਲ ਵੀ ਜੋ ਰੈਸਪੀਰੇਟਰੀ ਟਰੈਕਟ ਦੀ ਇਨਫੈਕਸ਼ਨ ਹੁੰਦੀ ਹੈ ਉਹਦੀ ਵੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਠੀਕ ਹੈ। ਇਸੇ ਤਰ੍ਹਾਂ ਪਾਰਟੀਕੂਲਰਲੀ ਇਨ ਦਾ ਪ੍ਰੀ ਐਗਜ਼ਿਸਟਿੰਗ ਕਾਰਡੀਓ ਪਲਮੋਨਰੀ ਡਿਜ਼ੀਜ਼, ਮਤਲਬ ਜਿਹੜੇ ਪੇਸ਼ੈਂਟ ਨੂੰ ਪਹਿਲਾਂ ਤੋਂ ਹੀ ਦਿਲ ਅਤੇ ਫੇਫੜਿਆਂ ਦੀ ਬਿਮਾਰੀ ਹੈ ਉਹਨਾਂ ਦੇ ਵਿੱਚ ਇਹ ਚਾਂਸ ਹੋਰ ਵੀ ਜ਼ਿਆਦਾ ਹੁੰਦੇ ਨੇ। ਫੋਰ ਐਗਜ਼ਾਮਪਲ ਸਟੈਫਾਈਲੋਕੋਕਸ ਔਰੀਅਸ। ਜਿਹੜਾ ਸਟੈਫਾਈਲੋਕੋਕਸ ਔਰੀਅਸ ਬੈਕਟੀਰੀਆ ਹੈ
बहुत रजिस्टेंट बैक्टीरिया इहदे उपर कोई आम एंटीबायोटिक असर नहीं करते। नंबर 4 अपना आंदा है बैक्टीरिया एंड सेप्टिसीमिया। These may be consequence of infection at any site, but are commonly caused by infected intravenous cannulae। मतलब ਸਧਾਰਨ ਤੌਰ 'ਤੇ ਆਮ ਤੌਰ 'ਤੇ ਇਹ ਇਨਫੈਕਸ਼ਨ ਇੱਕ ਸੰਕਰਮਿਤ ਉਸ ਪਾਰਟ ਤੋਂ ਹੁੰਦੀ ਹੈ ਜਿੱਥੇ IV ਕੈਨੂਲਾ ਲਗਾਇਆ ਜਾਂਦਾ ਹੈ, ਠੀਕ ਹੈ, ਔਨ ਦਾ ਲੈਗ ਵੇਨ ਇਨ ਇਨਫੈਂਟਸ ਔਰ ਚਿਲਡਰਨ ਵਿਦ ਡਾਇਰੀਆ। ਤਾਂ ਛੋਟੇ ਬੱਚੇ ਜਿਨ੍ਹਾਂ ਨੂੰ ਦਸਤ ਰੋਗ ਹੁੰਦਾ ਹੈ ਉਹਨਾਂ ਦੇ ਵਿੱਚ ਜਿੱਥੇ ਵੇਨ ਪੰਕਚਰ ਹੁੰਦਾ ਹੈ ਲੈਗ ਵੇਨ ਵਗੈਰਾ ਦੇ ਵਿੱਚ, ਤਾਂ ਉੱਥੇ ਸਭ ਤੋਂ ਵੱਧ ਚਾਂਸ ਹੁੰਦੇ ਨੇ ਬੈਕਟੀਰੀਮੀਆ ਅਤੇ ਸੈਪਟੀਸੀਮੀਆ ਦੇ, ਠੀਕ ਹੈ ਜੀ। ਤਾਂ ਸੈਪਟੀਸੀਮੀਆ ਤੋਂ ਭਾਵ ਹੈ ਬਲੱਡ ਦੇ ਵਿੱਚ ਇਨਫੈਕਸ਼ਨ ਦਾ ਬੁਰੀ ਤਰ੍ਹਾਂ ਫੈਲ ਜਾਣਾ, ਏਮੀਆ ਤੋਂ ਭਾਵ ਬਲੱਡ ਹੁੰਦਾ ਹੈ, ਓਕੇ। ਗ੍ਰਾਮ ਨੈਗੇਟਿਵ ਬੈਸੀਲਸ ਜਿਹੜਾ ਹੈਗਾ ਇਹ ਕਾਮਨ ਏਜੰਟ ਹੈ ਜੋ ਬੈਕਟੀਰੀਮੀਆ ਜਾਂ ਸੈਪਟੀਸੀਮੀਆ ਕੌਜ਼ ਕਰਦਾ ਹੈ। ਇਸ ਤੋਂ ਉਪਰੰਤ ਆਪਣਾ ਆਉਂਦਾ ਹੈ ਕਿ ਆਪਾਂ ਇਹਨੂੰ ਕੰਟਰੋਲ ਕਿਵੇਂ ਕਰ ਸਕਦੇ ਹਾਂ। ਤਾਂ ਸਭ ਤੋਂ ਪਹਿਲਾਂ ਆਉਂਦਾ ਇਨਫੈਕਸ਼ਨ ਕੰਟਰੋਲ ਟੀਮ। ਸੋ ਐਵਰੀ ਮੇਜਰ ਹੌਸਪੀਟਲ ਹੈਜ਼ ਇਨਫੈਕਸ਼ਨ ਕੰਟਰੋਲ ਟੀਮ, ਜਿਹਦੇ ਵਿੱਚ ਕੌਣ ਕੌਣ ਹੁੰਦਾ ਹੈ। ਨੰਬਰ 1 ਮਾਈਕਰੋਬਾਇਓਲੋਜਿਸਟ, ਜੋ ਸੂਖਮ ਜੀਵਾਂ ਦੀ ਸਟੱਡੀ ਕਰਦਾ ਹੈ, ਜੋ ਪੈਥੋਜਨ ਹੁੰਦੇ ਹਨ, ਬਿਮਾਰੀ ਫੈਲਾਉਂਦੇ ਹਨ, ਤਾਂ ਉਹਨਾਂ ਦੀ ਸਟੱਡੀ ਕਰਨ ਵਾਲੇ ਨੂੰ ਮਾਈਕਰੋਬਾਇਓਲੋਜਿਸਟ ਕਿਹਾ ਜਾਂਦਾ ਹੈ। ਦੂਸਰਾ ਆਉਂਦਾ ਮੈਡੀਕਲ ਅਤੇ ਨਰਸਿੰਗ ਸਟਾਫ, ਅਤੇ ਤੀਸਰਾ ਆਉਂਦਾ ਹੌਸਪੀਟਲ ਐਡਮਿਨਿਸਟ੍ਰੇਸ਼ਨ। ਉਸ ਤੋਂ ਬਾਅਦ ਆਉਂਦਾ ਸਟਰਲਾਈਜੇਸ਼ਨ ਟੈਕਨੀਕਸ। ਕਿਸੇ ਵੀ ਆਰਟੀਕਲ ਨੂੰ ਕੀਟਾਣੂ, ਵਿਸ਼ਾਣੂ ਜਾਂ ਜੀਵਾਣੂ ਇਹਨਾਂ ਤੋਂ ਮੁਕਤ ਕਰਨ ਦੇ ਲਈ ਜੋ ਤਕਨੀਕ ਵਰਤੀ ਜਾਂਦੀ ਹੈ ਉਸ ਨੂੰ ਆਪਾਂ ਸਟਰਲਾਈਜੇਸ਼ਨ ਤਕਨੀਕ ਕਹਿੰਦੇ ਹਾਂ। These techniques have to be tested. The cause of infection may be defective autoclave or improper technique such as boiling infusion set in the ward sterilizer। ਮਤਲਬ ਵਾਰਡ ਦੇ ਵਿੱਚ ਜੋ ਵੀ ਕਿਸੇ ਇੰਸਟਰੂਮੈਂਟ ਨੂੰ, ਕਿਸੇ ਵੀ ਚੀਜ਼ ਨੂੰ ਸਟਰਲਾਈਜ਼ ਕੀਤਾ ਜਾਂਦਾ ਹੈ, ਜੇ ਉਹ ਇੰਪਰੋਪਰ ਟੈਕਨੀਕ ਹੋਵੇ ਜਾਂ ਸਹੀ ਆਟੋਕਲੇਵਿੰਗ ਨਾ ਕੀਤੀ ਜਾਵੇ ਤਾਂ ਜਿਹੜੇ ਡਰੈਸਿੰਗਸ ਵਗੈਰਾ ਹੁੰਦੀਆਂ ਨੇ, ਇੰਸਟਰੂਮੈਂਟਸ ਵਗੈਰਾ ਹੁੰਦੇ ਨੇ, ਉਹਦੇ ਉੱਪਰ ਜਰਮਸ ਲੱਗੇ ਰਹਿ ਜਾਂਦੇ ਨੇ ਅਤੇ ਉਹਦੇ ਕਾਰਨ ਵੀ ਹੌਸਪੀਟਲ ਇਨਫੈਕਸ਼ਨ ਹੋ ਸਕਦੀ ਹੈ। ਨੈਕਸਟ ਆਉਂਦਾ ਆਪਣਾ ਕੌਜ਼ੇਟਿਵ ਡਾਇਗਨੋਸਿਸ। ਥੀਸ ਡਾਇਗਨੋਸਿਸ ਸ਼ੁੱਡ ਬੀ ਡਨ ਬਾਈ ਦਾ ਰੂਟੀਨ ਬੈਕਟੀਰੀਓਲੋਜੀਕਲ ਮੈਥਡ ਆਫ ਸਮੀਅਰ ਫਾਰਮੇਸ਼ਨ, ਠੀਕ ਹੈ। ਬਲੱਡ ਦਾ ਸਮੀਅਰ ਨੂੰ ਆਪਾਂ ਸਮੀਅਰ ਫਾਰਮੇਸ਼ਨ ਕਹਿੰਦੇ ਹਾਂ, ਜਦੋਂ ਬਲੱਡ ਨੂੰ ਸਲਾਈਡ ਦੇ ਉੱਪਰ ਲਗਾਇਆ ਜਾਂਦਾ ਹੈ, ਠੀਕ ਹੈ। ਕਲਚਰ ਟੈਸਟ ਵੀ ਕਰ ਸਕਦੇ ਹਾਂ, ਆਈਡੈਂਟੀਫਿਕੇਸ਼ਨ ਐਂਡ ਸੈਂਸਿਟੀਵਿਟੀ ਟੈਸਟਿੰਗ ਵੀ ਕਰ ਸਕਦੇ ਹਾਂ। ਵੇਅਰ ਬ੍ਰੇਕਆਊਟ ਆਫ ਦਾ ਇਨਫੈਕਸ਼ਨ ਅਕਰਸ, ਮਤਲਬ ਜਿੱਥੇ ਵੀ ਕੋਈ ਇਨਫੈਕਸ਼ਨ ਫੈਲਦੀ ਹੈ ਤਾਂ ਉੱਥੇ ਇਹ ਸਾਰੇ ਡਾਇਗਨੋਸਟਿਕ ਟੈਸਟ ਜਿਹੜੇ ਹੈਗੇ ਨੇ ਉਹ ਕਰਨੇ ਚਾਹੀਦੇ ਨੇ, ਅਤੇ ਕੌਜ਼ੇਟਿਵ ਏਜੰਟ ਦਾ ਪਤਾ ਲਗਾਉਣਾ ਚਾਹੀਦਾ ਹੈ ਕਿ ਕਿਸ ਏਜੰਟ ਦੇ ਨਾਲ ਇਹ ਇਨਫੈਕਸ਼ਨ ਫੈਲੀ ਹੈ। ਦਿਸ ਰਿਕੁਆਇਰ ਦਾ ਸੈਂਪਲਿੰਗ ਆਫ ਪੋਸੀਬਲ ਸੋਰਸ ਆਫ ਇਨਫੈਕਸ਼ਨ, ਮਤਲਬ ਜਿੱਥੇ ਵੀ ਸੰਭਾਵਨਾ ਹੋਵੇ ਵੀ ਇਹ ਸਰੋਤ ਹੈ ਇਨਫੈਕਸ਼ਨ ਦਾ, ਤਾਂ ਉਸ ਹਰ ਸਰੋਤ ਦੇ ਉੱਪਰੋਂ ਸੈਂਪਲ ਨੂੰ ਲੈ ਕੇ, ਨਮੂਨਿਆਂ ਨੂੰ ਲੈ ਕੇ ਕੌਜ਼ੇਟਿਵ ਏਜੰਟ ਦੀ ਡਾਇਗਨੋਸਿਸ ਮਤਲਬ ਜਾਂਚ ਕੀਤੀ ਜਾਂਦੀ ਹੈ, ਠੀਕ ਹੈ। ਤਾਂ ਹੌਸਪੀਟਲ ਪਰਸੋਨਲ ਜਿਹੜੇ ਵੀ ਹੌਸਪੀਟਲ ਕਰਮਚਾਰੀ ਹੁੰਦੇ ਨੇ, ਠੀਕ ਹੈ, ਜਾਂ ਵੀ ਕੋਈ ਵੀ ਓਬਜੈਕਟ ਹੈ ਜਾਂ ਫਿਰ ਹੌਸਪੀਟਲ ਦਾ ਪਾਣੀ ਹੈ, ਤਾਂ ਹਰ ਜਗ੍ਹਾ ਦੇ ਉੱਪਰ ਜਿੱਥੇ ਜਿੱਥੇ ਵੀ ਸੰਭਾਵਨਾ ਹੈ ਇਨਫੈਕਸ਼ਨ ਦੀ ਤਾਂ ਉਹਨਾਂ ਸਭ ਦੀ ਹੀ ਟੈਸਟਿੰਗ ਕਰਨੀ ਜ਼ਰੂਰੀ ਹੁੰਦੀ ਹੈ। ਨੈਕਸਟ ਸਟੈਪ ਆਪਣਾ ਆਉਂਦਾ ਹੈ ਪ੍ਰੀਵੈਂਟ ਕੈਰੀਅਰਸ। ਕੈਰੀਅਰ ਸ਼ੁੱਡ ਬੀ ਸੁਟੇਬਲੀ ਟਰੀਟਡ। ਅਤੇ ਜਿਹੜਾ ਕੈਰੀਅਰ ਹੁੰਦਾ ਬਿਮਾਰੀ ਦਾ ਉਹਦਾ ਪ੍ਰੋਪਰ ਇਲਾਜ ਕਰਨਾ ਜ਼ਰੂਰੀ ਹੈ। ਫॉर एग्जांपल सोर्स ऑफ हॉस्पिटल आउटब्रेक्स आर नेजल कैरीज ऑफ स्टेफाइलोकोकस बाय द सर्जन और सूडोमोनास ग्रोइंग इन द हैंड लोशंस, ठीक है जी। ਤਾਂ ਇਹ ਕੈਰੀਅਰ ਹੁੰਦੇ ਨੇ ਇਨਫੈਕਸ਼ਨ ਦੇ, ਤਾਂ ਜਿਵੇਂ ਸਾਫ਼-ਸਾਫ਼ 'ਤੇ ਲਿਖਿਆ ਹੋਏਗਾ ਨੇਜ਼ਲ ਕੈਰੀਜ਼ ਆਫ ਸਟੈਫਾਈਲੋਕੋਕਸ, ਜੋ ਵੀ ਯੂਜ਼ ਕੀਤਾ ਜਾਂਦਾ ਸਰਜਨ ਦੇ ਦੁਆਰਾ, ਤਾਂ ਜੋ ਵੀ ਇੰਸਟਰੂਮੈਂਟ ਸਰਜਨ ਦੁਆਰਾ ਯੂਜ਼ ਕੀਤੇ ਜਾਂਦੇ ਨੇ, ਨੱਕ ਵਿੱਚ ਯੂਜ਼ ਕੀਤੇ ਜਾਂਦੇ ਨੇ, ਠੀਕ ਹੈ, ਜਾਂ ਫਿਰ ਹੈਂਡ ਲੋਸ਼ਨ ਵਗੈਰਾ ਜਿਹੜਾ ਹੁੰਦਾ ਉਹ ਬਾਰ-ਬਾਰ ਟੱਚ ਕੀਤਾ ਜਾਂਦਾ ਸਰਜਨ ਦੁਆਰਾ, ਠੀਕ ਹੈ, ਤਾਂ ਉਹਦੇ ਉੱਪਰ ਵੀ ਸੂਡੋਮੋਨਾਸ ਜਿਹੜਾ ਬੈਕਟੀਰੀਆ ਗਰੋ ਕਰ ਸਕਦਾ ਹੈ। ਸੋ ਉਸ ਤਰ੍ਹਾਂ ਦੇ ਕੈਰੀਅਰ ਤੋਂ ਵੀ ਜੋ ਹੈ ਪ੍ਰੋਟੈਕਸ਼ਨ ਬੜੀ ਜ਼ਰੂਰੀ ਹੁੰਦੀ ਹੈ ਹੌਸਪੀਟਲ ਐਕਵਾਇਰਡ ਇਨਫੈਕਸ਼ਨ ਨੂੰ ਰੋਕਣ ਦੇ ਲਈ। 5th ਸਟੈਪ ਆਪਣਾ ਆਉਂਦਾ ਹੈ ਪ੍ਰੋਪਰ ਸਟਰਲਾਈਜੇਸ਼ਨ ਐਂਡ ਡਿਸਇਨਫੈਕਸ਼ਨ। ਸਰਵੀਲੀਅੰਸ ਤੋਂ ਭਾਵ ਹੁੰਦਾ ਚੈਕਿੰਗ ਕਰਦੇ ਰਹਿਣਾ ਬਾਰ-ਬਾਰ। ਸਰਵੀਲੀਅੰਸ ਔਨ ਸਟਰਲਾਈਜੇਸ਼ਨ ਐਂਡ ਡਿਸਇਨਫੈਕਟੈਂਟ ਪ੍ਰੈਕਟਿਸ, ਕਿ ਹੌਸਪੀਟਲ ਦੇ ਵਿੱਚ ਪ੍ਰੋਪਰ ਸਟਰਲਾਈਜੇਸ਼ਨ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਹੈ, ਡਿਸਇਨਫੈਕਸ਼ਨ ਕਿਸ ਤਰ੍ਹਾਂ ਕੀਤੀ ਜਾ ਰਹੀ ਹੈ, ਉਹਦੀ ਪ੍ਰੋਪਰ ਚੈਕਿੰਗ, ਪ੍ਰੋਪਰ ਮੋਨੀਟਰਿੰਗ ਹੋਣੀ ਚਾਹੀਦੀ ਹੈ, ਉਸਨੂੰ ਸਰਵੀਲੀਅੰਸ ਕਿਹਾ ਜਾਂਦਾ ਹੈ। ਅਤੇ ਐਂਟੀਬਾਇਓਟਿਕ ਪੋਲਿਸੀਜ਼ ਜੋ ਹੈ ਉਹ ਕਿਸ ਤਰ੍ਹਾਂ ਇੱਥੇ ਲਾਗੂ ਹੋ ਰਹੀਆਂ ਹਨ, ਹੌਸਪੀਟਲ ਦੁਆਰਾ ਇੰਪਲੀਮੈਂਟ ਕੀਤੀਆਂ ਜਾ ਰਹੀਆਂ ਹਨ ਜਾਂ ਨਹੀਂ। ਐਂਡ ਇਮੂਨੇਸ਼ਨ ਸਕੈਜੂਲ, ਕਿ ਜਿਹੜੇ ਕਰਮਚਾਰੀ ਨੇ ਉਹਨਾਂ ਦੀ ਪ੍ਰੋਪਰ ਇਮੂਨੇਸ਼ਨ ਕੀਤੀ ਜਾ ਰਹੀ ਹੈ ਜਾਂ ਨਹੀਂ। ਐਂਡ ਐਜੂਕੇਟਿੰਗ ਦਾ ਪੇਸ਼ੈਂਟ ਨੂੰ ਵੀ ਐਜੂਕੇਟ ਕਰਨਾ ਬੜਾ ਜ਼ਰੂਰੀ ਹੁੰਦਾ ਤਾਂ ਕਿ ਇਨਫੈਕਸ਼ਨ ਦੀ ਹਰ ਸੰਭਾਵਨਾ ਨੂੰ ਰੋਕਿਆ ਜਾ ਸਕੇ।
ठीक है। एंड हॉस्पिटल परसोनल ऑन इन्फैक्शन कंट्रोल, हॉस्पिटल ਦੇ ਵਿੱਚ ਕਰਮਚਾਰੀ ਜੋ ਹੁੰਦੇ ਨੇ ਉਹਨਾਂ ਦੀ ਪ੍ਰੋਪਰ ਕੀ ਟ੍ਰੇਨਿੰਗ ਹੁੰਦੀ ਹੈ ਹੌਸਪੀਟਲ ਦੇ ਵਿੱਚ ਇਨਫੈਕਸ਼ਨ ਨੂੰ ਕੰਟਰੋਲ ਕਰਨ ਦੇ ਲਈ। ਸੋ ਸੱਚ ਮੈਜ਼ਰ ਹੈਲਪ ਇਨ ਰਿਡਿਊਸਿੰਗ ਦਾ ਇੰਸੀਡੈਂਸ ਆਫ ਹੌਸਪੀਟਲ ਇਨਫੈਕਸ਼ਨਸ, ਮਤਲਬ ਅਗਰ ਇਹ ਸਾਰੇ ਸਟੈਪ ਫੋਲੋ ਕੀਤੇ ਜਾਣ ਤਾਂ ਹੌਸਪੀਟਲ ਐਕਵਾਇਰਡ ਇਨਫੈਕਸ਼ਨ ਨੂੰ ਬਹੁਤ ਹੱਦ ਤੱਕ ਘਟਾਇਆ ਜਾ ਸਕਦਾ ਹੈ। ਓਕੇ, ਫਿਰ ਆਪਣਾ ਆਉਂਦਾ ਹੈ ਅਗਲਾ ਸਟੈਪ हैंड हाइजीन प्रिंसिपल्स। इट इनक्लूड प्रॉपर हैंड वॉशिंग विद सोप एंड वाटर आफ्टर एंड बिफोर ईच एंड एवरी प्रोसीजर, मतलब हर तरह की हॉस्पिटल प्रोसीजर करने तो पहला ਅਤੇ ਬਾਅਦ ਵਿੱਚ ਪ੍ਰੋਪਰ ਸਾਬਣ ਅਤੇ ਪਾਣੀ ਦੇ ਘੋਲ ਨਾਲ ਹੱਥ ਜਿਹੜੇ ਹੈਗੇ ਨੇ ਉਹ ਧੋਣੇ ਚਾਹੀਦੇ ਨੇ। ਇਟ ਇਜ਼ ਵਨ ਆਫ ਦਾ ਬੈਸਟ ਐਂਡ ਚੀਪ ਮੈਥਡ, ਮਤਲਬ ਸਭ ਤੋਂ ਵਧੀਆ ਅਤੇ ਸਭ ਤੋਂ ਸਸਤਾ ਸਾਧਨ ਹੈ ਹੌਸਪੀਟਲ ਦੇ ਵਿੱਚ ਹੋਣ ਵਾਲੀ ਇਨਫੈਕਸ਼ਨ ਨੂੰ ਰੋਕਣ ਦੇ ਲਈ। ਫਿਰ ਆਪਣਾ ਆਉਂਦਾ ਹੈ ਦ ਕੇਅਰਫੁਲ ਵਾਸ਼ਿੰਗ ਆਫ ਦਾ ਹੈਂਡਸ ਰਿਡਿਊਸ ਦਾ ਨੰਬਰ ਆਫ ਬੈਕਟੀਰੀਆ, ਮਤਲਬ ਅਗਰ ਸਾਵਧਾਨੀ ਨਾਲ ਹੱਥ ਪ੍ਰੋਪਰ ਧੋਤੇ ਜਾਣ ਤਾਂ ਬਹੁਤ ਸਾਰੇ ਬੈਕਟੀਰੀਆ ਦੀ ਇਨਫੈਕਸ਼ਨ ਨੂੰ ਘਟਾਇਆ ਜਾ ਸਕਦਾ ਹੈ ਅਤੇ ਜਿਹੜੇ ਸਕਿਨ ਦੇ ਉੱਪਰ ਆਪਣੇ ਮਾਈਕਰੋਫਲੋਰਾ ਹੁੰਦਾ ਹੈ, ਸੂਖਮ ਜੀਵ ਹੁੰਦੇ ਹਨ, ਉਸ ਨੂੰ ਵੀ ਖਤਮ ਕੀਤਾ ਜਾ ਸਕਦਾ ਹੈ। ਹੈਂਡ ਵਾਸ਼ਿੰਗ ਇਨਵੋਲਵ ਬੋਥ ਮਕੈਨੀਕਲ ਐਂਡ ਕੈਮੀਕਲ ਐਕਸ਼ਨ, ਮਤਲਬ ਹੈਂਡ ਵਾਸ਼ਿੰਗ ਦੇ ਵਿੱਚ ਮਕੈਨੀਕਲ ਐਕਸ਼ਨ ਤਾਂ ਆਉਂਦਾ ਹੀ ਹੈ ਜਦੋਂ ਆਪਾਂ ਹੱਥ ਨੂੰ ਹੱਥ ਨਾਲ ਰਬ ਕਰਦੇ ਹਾਂ, ਅਤੇ ਜਾਂ ਜੋ ਵੀ ਡਿਸਇਨਫੈਕਟੈਂਟ ਯੂਜ਼ ਕੀਤਾ ਜਾਂਦਾ ਹੈ, हैंड वॉश यूज़ किया जाता है, उसका कैमिकल एक्शन भी होंगे बैक्टीरिया वायरस ਨੂੰ ਮਾਰਨ ਦੇ ਲਈ। पॉइंट टू बी कैप्ट इन माइंड वाइल हैंड वॉशिंग आर, मतलब हथ धोते हुए की ध्यान रखना चाहिए है। फस्ट है कट द नेल्स शॉर्ट, मतलब नौ छोटे रखने चाहिए हैं। रिमूव द ज्वैलरी ऑफ एनी टाइप, हर तरह की ज्वैलरी जी हैगी उतार देनी चाहिए है। ड्राई द आर्म्स एंड हैंड्स, हत्थों ते बाਹਾਂ ਨੂੰ ਸੁਕਾਉਣਾ ਚਾਹੀਦਾ ਹੈ। डिस्कार्ड द टावल, जो भी टावल यूज़ किया उसको डिस्कार्ड कर देना चाहिए है। टर्न ऑफ द वाटर टैप बाय यूजिंग पेपर टॉवल, पेपर टॉवल ਨੂੰ यूज़ करके हैंड जो टूटी होंगी उसको बंद करना चाहिए है। वापस जो हाथ धोता है उस नाल डायरैक्टली टूटी बंद नहीं करनी चाहिए क्योंकि उसके उपर जर्म्स लगे हो सकते हैं। इस तो उपरंत अगला स्टैप आता है क्लीनिंग ऑफ द आर्टिकल्स। द आर्टिकल इज़ कंसीडर टू बी क्लीन वैन इट इज़ फ्री फ्रॉम द पैथोजैनिक ऑर्गेनिज्म, मतलब बीमारी करने वाले किसी भी पैथोजन तो जो कोई फ्री होंगे इंस्ट्रूमेंट तो आप उसनों कहते हैं आर्टिकल ही क्लीन है। ठीक है जी। फॉर मैडिकल असैप्सिस रिंस द आर्टिकल विद कोल्ड वाटर टू रिमूव द ऑर्गैनिक मटीरियल, मतलब किसी भी मटीरियल किसी भी इंस्ट्रूमेंट के उपरों ऑर्गैनिक मटीरियल रिमूव करने के लिए सब तो पहला वाटर नाल रिंस करना होंदा है, मतलब साफ करना होंदा है। दैन वॉश विद हॉट वाटर एंड सोप, ठीक है जी। आफ्टर दैन रिंस विद वाटर टू रिमूव द डर्ट एंड ग्रीस। यूज़ अ स्टिफ ब्रिसल्स ब्रश यूज़ करना है ताकि जी डर्ट है वो इंस्ट्रूमेंट के उपर रिमूव की जा सके। आफ्टर रिंसिंग विद क्लीन वाटर आर्टिकल नू ड्राई करना चाहिए तो टॉवल नाल साफ करना चाहिए है, तो उस तो बाद फिर डिसइनफैक्ट और स्टरलाइज करना चाहिए है। फिर आता है गाउन टेक्नीक। आइसोलेटेड गाउन शुड बी यूजड ओनली वंस, एक बार ही यूज़ करना होंदा है एक पेशेंट चैक करने के लिए। ठीक है, तो किहड़े पॉइंट ध्यान च रखने गाउन तो पाउण तो पहला कि जिहड़ा गाउन है दैट शुड बी मेड विद लॉन्ग स्लीव्स, ठीक है, लॉन्ग स्कर्ट एंड हाई नैक टू कवर द क्लोथिंग ऑफ द वीरर, मतलब जिसने पाउणा हुंदा गाउन उसके पूरे क्लोथ्स उस गाउन के अंदर कवर होने चाहिए हैं। रिमूव द वॉच एंड रिंग्स बिकॉज ज्वैलरी कैन हार्बर द माइक्रो ऑर्गेनिज्म, मतलब जी ज्वैलरी होंगी है उसके उपर माइक्रो ऑर्गेनिज्म सूखम जीव बहुत ज़्यादा ग्रो कर सकते हैं। सो पेशेंट देखते हुए इस तरह की कोई ज्वैलरी नहीं पानी चाहिए। तो गाउन नूं पाउण तो पहला हत्थ प्रॉपर धोने चाहिए हैं तो सुकाने चाहिए हैं। ठीक है, गाउन इज़ वॉर्न ओनली इन द क्लाइंट्स यूनिट, जिथे पेशेंट नूं प्रॉपर देखना है उत्थे ही गाउन वियर करना चाहिए है, बाहरों ही पा के नहीं जाना चाहिए क्योंकि बाहरों ही अगर पा के जाया जाएगा तो उस गाउन के उपर कोई इन्फैक्शियस ऑर्गेनिज्म ग्रो कर सकते हैं। नैक्सट स्टैप आता है कि गाउन इज़ वॉर्न बाय द नर्स वैन केयरिंग फॉर द क्लाइंट। ओके, जो क्लाइंट को ज़्यादा इन्फैक्शन होंगी है तो उसनों केयर करते हुए तो जरूर ही गाउन जो है नर्स द्वारा पाना चाहिए है ताकि डायरैक्ट और इनडायरैक्ट कंट्रोल जोड़ा है किया जा सके ताकि जो संक्रमण है वो एक दूसरे को ना फैले। द गाउन इज़ वॉर्न बाय द इन्फेक्टेड परसन वैन ही इज़ ट्रांसपोर्टड आउटसाइड हिज और हर रूम, मतलब पेशेंट के भी गाउन पाना चाहिए जो उसनों उसके रूम के विचों ट्रांसपोर्ट किया जाता है किसी होर रूम के विच। द गाउन प्रिवेंट द क्लाइंट्स कंटैमिनेटेड क्लोथिंग फ्रॉम टचिंग द क्लीन एरिया, ताकि जोड़े
ਪੇਸ਼ੈਂਟ ਦਾ ਜਿਹੜੇ ਕੱਪੜੇ ਹੁੰਦੇ ਨੇ ਉਹ ਇਨਫੈਕਟ ਹੋ ਸਕਦੇ ਨੇ, ਉਹ ਕਿਸੇ ਹੋਰ ਨੂੰ ਟੱਚ ਨਾ ਹੋਣ। ਨੈਕਸਟ ਸਟੈਪ ਆਉਂਦਾ ਫੇਸ ਮਾਸਕ। ਮਾਸਕ ਆਰ ਜਨਰਲੀ ਯੂਜ਼ ਟੂ ਪ੍ਰੀਵੈਂਟ ਦਾ ਸਪਰੈਡ ਆਫ ਮਾਈਕਰੋ ਆਰਗੈਨਿਜ਼ਮ ਟੂ ਐਂਡ ਫਰੋਮ ਦਾ ਕਲਾਇੰਟ ਥਰੂ ਰੈਸਪੀਰੇਟਰੀ ਰੂਟ, ਮਤਲਬ ਸਾਹ ਨਾਲੀ ਦੇ ਰਸਤੇ ਇੱਕ ਦੂਸਰੇ ਤੋਂ ਫੈਲਣ ਵਾਲੇ ਸੰਕਰਮਣ ਨੂੰ ਰੋਕਣ ਦੇ ਲਈ ਫੇਸ ਮਾਸਕ ਜਿਹੜੇ ਹੈਗੇ ਨੇ ਉਹ ਬਹੁਤ ਜ਼ਰੂਰੀ ਹੁੰਦੇ ਨੇ। ਸੋ ਉਸ ਤੋਂ ਬਾਅਦ ਆਉਂਦਾ ਹੈ ਮਾਸਕ ਸ਼ੁੱਡ ਬੀ ਵੋਰਨ ਓਨਲੀ ਵਨਸ ਐਂਡ ਡਿਸਕਾਰਡਡ ਟੂ ਐਨਸ਼ੋਰ ਇਫੈਕਟਿਵ ਫਿਲਟਰੇਸ਼ਨ ਆਫ ਮਾਈਕਰੋ ਆਰਗੈਨਿਜ਼ਮਸ, ਮਤਲਬ ਇੱਕ ਵਾਰੀ ਹੀ ਮਾਸਕ ਯੂਜ਼ ਕਰਨਾ ਚਾਹੀਦਾ ਹੈ, ਇੱਕ ਮਾਸਕ ਦੂਸਰੀ ਵਾਰ ਯੂਜ਼ ਨਹੀਂ ਕਰਨਾ ਚਾਹੀਦਾ, ਇਹ ਡਿਸਪੋਜ਼ ਆਫ ਕਰ ਦੇਣਾ ਚਾਹੀਦਾ ਹੈ। ਮਾਸਕ ਨੀਡ ਟੂ ਕਵਰ ਬੋਥ ਮਾਊਥ ਐਂਡ ਨੋਜ਼, ਦੋਨੋਂ ਚੀਜ਼ ਕਵਰ ਕਰਨੀਆਂ ਚਾਹੀਦੀਆਂ ਨੇ ਮਾਸਕ ਨਾਲ। ਐਂਡ ਫਿਟ ਸਮਗਲੀ ਅਰਾਊਂਡ ਦਾ ਫੇਸ ਟੂ ਪ੍ਰੀਵੈਂਟ ਦਾ escape ਮਾਈਕਰੋ ਆਰਗੈਨਿਜ਼ਮ, ਮਾਈਕਰੋ ਆਰਗੈਨਿਜ਼ਮ ਕਿਸੇ ਵੀ ਸਾਈਡ ਤੋਂ ਨਾ ਨਿਕਲ ਸਕੇ। ਸੋ ਇਸ ਤਰ੍ਹਾਂ ਪ੍ਰੋਪਰ ਫਿਟਿੰਗ ਹੋਣੀ ਮਾਸਕ ਦੀ ਬੜੀ ਜ਼ਰੂਰੀ ਹੁੰਦੀ ਹੈ। ਨੈਕਸਟ ਆਉਂਦਾ ਗਲਵਸ। ਗਲਵਸ ਯੂਜ਼ਡ ਫॉर ਮੈਡੀਕਲ ਅਸੈਪਸਿਸ ਸ਼ੁੱਡ ਬੀ ਕਲੀਨ, ਮਤਲਬ ਗਲਵਸ ਸਾਫ਼ ਸੁਥਰੇ ਹੋਣੇ ਚਾਹੀਦੇ ਨੇ। ਨੀਡ ਨਾਟ ਟੂ ਬੀ ਸਟੀਰਾਈਲ, ਸਟਰਾਈਲ ਚਾਹੇ ਉਹ ਨਾ ਹੋਣ ਬਟ ਸਾਫ਼ ਸੁਥਰੇ ਹੋਣਾ ਬੜਾ ਜ਼ਰੂਰੀ ਹੈ। ਗਲਵਸ ਆਰ ਚੇਂਜਡ ਆਫਟਰ ਈਚ ਕੰਟੈਕਟ ਵਿਦ ਦਾ ਬੋਡੀ, ਇੱਕ ਵਾਰੀ ਕਿਸੇ ਪੇਸ਼ੈਂਟ ਦੀ ਬੋਡੀ ਨਾਲ ਕੰਟੈਕਟ ਕਰਨ ਤੋਂ ਬਾਅਦ ਗਲਵਸ ਚੇਂਜ ਕਰਨੇ ਚਾਹੀਦੇ ਨੇ ਦੂਜੇ ਪੇਸ਼ੈਂਟ ਨੂੰ ਟੱਚ ਕਰਨ ਤੋਂ ਪਹਿਲਾਂ। ਸੋ ਇਹ ਸੀਗੇ ਸਾਰੇ ਸਟੈਪਸ ਕਿ ਕਿਸ ਤਰ੍ਹਾਂ ਹੌਸਪੀਟਲ ਐਕਵਾਇਰਡ ਇਨਫੈਕਸ਼ਨ ਹੁੰਦੀਆਂ ਨੇ, ਕਿਹੜੀ ਕਿਹੜੀ ਉਹਦੀ ਕਿਸਮਾਂ ਹੁੰਦੀਆਂ ਨੇ ਅਤੇ ਉਸ ਨੂੰ ਪ੍ਰੀਵੈਂਟ ਕਿਵੇਂ ਕੀਤਾ ਜਾ ਸਕਦਾ ਹੈ। ਸੋ ਉਮੀਦ ਕਰਦਾ ਮਾਤ ਭਾਸ਼ਾ ਪੰਜਾਬੀ ਦੇ ਵਿੱਚ ਤੁਹਾਨੂੰ ਇਹ ਸਾਰਾ ਟੌਪਿਕ ਸਮਝ ਆ ਗਿਆ ਹੋਵੇਗਾ। ਸੋ ਸਾਰੇ ਹੀ ਟੌਪਿਕ ਤੁਹਾਨੂੰ ਕ੍ਰਮਬੱਧ ਸਮਝਾਏ ਜਾ ਰਹੇ ਹਨ ਅਤੇ ਇਸ ਲਈ ਤੁਸੀਂ ਚੈਨਲ ਦੇ ਨਾਲ ਹਮੇਸ਼ਾ ਲਈ ਜੁੜੇ ਰਹਿਣਾ ਹੈ। ਅਤੇ ਨਾਲ ਹੀ ਮੌਕ ਟੈਸਟ ਦੇ ਲਈ ਮੇਰੀ ਐਪਲੀਕੇਸ਼ਨ OCDC ਐਜੂ ਪੁਆਇੰਟ ਪਲੇ ਸਟੋਰ ਤੋਂ ਜਾ ਕੇ ਡਾਊਨਲੋਡ ਕਰ ਸਕਦੇ ਹੋ। ਅਤੇ ਉਮੀਦ ਕਰਦਾ ਅੱਗੇ ਤੋਂ ਵੀ ਤੁਸੀਂ ਇਸ ਚੈਨਲ ਦੇ ਨਾਲ ਹਮੇਸ਼ਾ ਲਈ ਜੁੜੇ ਰਹੋਗੇ। ਥੈਂਕ ਯੂ, ਥੈਂਕਸ ਫॉर ਵਾਚਿੰਗ।